ਸਿੱਧਾ ਰੁਕ ਕਰਦੇ ਹਾਂ ਪੰਕਜ ਕਪਾਹੀ ਦਾ, ਸਾਡੇ ਸਹਿਯੋਗੀ ਸਾਡੇ ਨਾਲ ਨੇ। ਪੰਕਜ, ਆਲ ਓਵਰ ਸਥਿਤੀ ਸਮਝਣਾ ਚਾਹਾਂਗੇ, ਖਾਸ ਤੌਰ ਤੇ ਪੰਜਾਬ ਦੀ। ਕੇਸਿਸ ਨੀਚੇ ਆ ਰਹੇ ਨੇ, ਇਸ ਵਿਚਾਲੇ ਮੁੱਖ ਮੰਤਰੀ ਪਿੰਡਾਂ ਨੂੰ ਲੈ ਕੇ ਚਿੰਤਾ ਜਤਾ ਰਹੇ ਸੀ। ਮੌਜੂਦਾ ਸਥਿਤੀ ਕੀ ਹੈ? ਡਾਕਟਰਸ, ਐਕਸਪਰਟਸ ਇਸ ਨੂੰ ਕਿਵੇਂ ਦੇਖ ਰਹੇ ਨੇ? ਖਾਸ ਤੌਰ ਤੇ ਜਿਹੜੀ ਮੁੱਖ ਮੰਤਰੀ ਦੇ ਵੱਲੋਂ ਕੋਵਿਡ ਦੇ ਲਈ ਇੱਕ ਕਮੇਟੀ ਬਣਾ ਦਿੱਤੀ ਗਈ, ਕੋਵਿਡ ਰਿਵਿਊ ਮੀਟਿੰਗ ਜੋ ਲੈਂਦੀ ਹੈ। गौरव, इस वेले कोविड जिहड़ा पंजाब दे विच अपने पीक दे उत्ते है और हौली हौली नीचे आना शुरू होएगा, लेकिन लोगों को संभलन की जरूरत है, क्योंकि माहर यही कह रहे हैं कि अजे ये साफ नहीं हो पाया कि किन्नियां होर वेव जिहड़ियां ने वो सामने आ सकदियां ने। सैकेंड वेव पंजाब च चल रही है, लेकिन ये कहा जा रहा है कि थर्ड वेव इस तो भी ज़्यादा खतरनाक होएगी, क्योंकि पिछले साल जो कोविड आया सीगा तो उदों 50+ ਦੇ ਜਿਹੜੇ 50 ਸਾਲ ਤੋਂ ਜ਼ਿਆਦਾ ਦੇ ਉਮਰ ਦੇ ਲੋਕ ਸੀਗੇ ਉਹਨਾਂ ਤੇ ਅਟੈਕ ਕਰਦਾ ਸੀਗਾ, ਉਹਨਾਂ ਦੀ ਮੌਤ ਹੁੰਦੀ ਸੀ। ਲੇਕਿਨ ਜਦੋਂ ਸੈਕਿੰਡ ਵੇਵ ਆਈ ਤਾਂ ਅਸੀਂ ਇਹ ਦੇਖ ਰਹੇ ਹਾਂ ਕਿ 30-35 ਸਾਲ ਦੇ ਨੌਜਵਾਨਾਂ ਤੇ ਵੀ ਇਹ ਅਟੈਕ ਕਰ ਰਿਹਾ, ਮੌਤ ਜਿਹੜੀ ਹੈ ਉਹਨਾਂ ਦੀ ਹੋ ਰਹੀ ਹੈ ਔਰ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ ਹੈ। ਔਰ ਮਾਹਰ ਇਹ ਦੱਸ ਰਹੇ ਨੇ ਕਿ ਜਦੋਂ ਤੀਸਰੀ ਵੇਵ ਨਵੰਬਰ ਦੇ ਕਰੀਬ ਜਦੋਂ ਆ ਸਕਦੀ ਹੈ ਤਾਂ ਉਦੋਂ ਇਹ ਛੋਟੇ ਬੱਚਿਆਂ ਤੇ ਜ਼ਿਆਦਾ ਅਟੈਕ ਕਰ ਸਕਦਾ ਹੈ। ਔਰ ਖਾਸ ਤੌਰ ਤੇ ਪੰਜਾਬ 'ਚ ਜੋ ਤੁਸੀਂ ਸਿਨੈਰੀਓ ਪੁੱਛ ਰਹੇ ਹੋ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਚਿੰਤਾ ਵੱਧ ਰਹੀ ਹੈ ਕਿ ਪਿੰਡਾਂ ਦੇ ਵਿੱਚ ਕਰੋਨਾ ਪਹੁੰਚ ਚੁੱਕਿਆ ਵਾ, ਪਿੰਡਾਂ ਦੇ ਵਿੱਚ ਲਗਾਤਾਰ ਕੇਸਿਸ ਵੱਧ ਰਹੇ ਨੇ ਔਰ ਉੱਥੋਂ ਦੀ ਵੱਡੀ ਵਜ੍ਹਾ ਇਹ ਮੰਨੀ ਜਾ ਰਹੀ ਹੈ ਕਿ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਪਰਵਾਹ ਨਹੀਂ ਕਰ ਪਾ ਰਹੇ। ਔਰ ਪੰਜਾਬ 'ਚ ਜੋ ਮੌਤਾਂ ਦੇ ਅੰਕੜੇ ਵਧੇ ਨੇ ਉਸ ਦੀ ਵੱਡੀ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਪਹਿਲੇ 2 ਲੈਵਲ ਦੇ ਵਿੱਚ ਜਦੋਂ ਕੋਈ ਸਿੰਪਟਮ ਆਉਂਦੇ ਨੇ, ਸਿਰ ਦਰਦੀ ਹੋਵੇ ਜਾਂ ਬੋਡੀ ਪੇਨ ਹੋਵੇ, ਜ਼ੁਕਾਮ ਹੋਵੇ, ਖਾਂਸੀ ਹੋਵੇ, ਲੋਕ ਪਰਵਾਹ ਨਹੀਂ ਕਰਦੇ। ਲੋਕ ਜਿਹੜੇ ਨੇ ਉਹ ਉਸੇ ਤਰੀਕੇ ਦੇ ਨਾਲ ਬਿਨਾਂ ਮਾਸਕ ਤੋਂ ਪਿੰਡਾਂ 'ਚ ਘੁੰਮਦੇ ਨੇ। ਸੈਕਿੰਡ ਲੈਵਲ ਆਉਂਦਾ ਹੈ, ਥੋੜਾ ਬੋਡੀ 'ਚ ਜ਼ਿਆਦਾ ਪੇਨ ਹੁੰਦਾ, ਉਦੋਂ ਵੀ ਪਰਵਾਹ ਨਹੀਂ ਕੀਤੀ ਜਾਂਦੀ। ਲੇਕਿਨ ਜਦੋਂ ਥਰਡ ਲੈਵਲ ਆ ਜਾਂਦਾ ਵੈ ਉਦੋਂ ਹਸਪਤਾਲਾਂ ਵਾਲੇ ਪਾਸੇ ਰੁਕ ਕੀਤਾ ਜਾਂਦਾ ਵੈ ਔਰ ਥਰਡ ਲੈਵਲ ਜ਼ਿਆਦਾ ਖਤਰਨਾਕ ਹੁੰਦਾ ਵੈ ਔਰ ਇਸੇ ਵਜ੍ਹਾ ਕਰਕੇ ਮੌਤ ਹੋ ਜਾਂਦੀ ਹੈ ਕਈ ਸਾਰੇ ਕੇਸਾਂ ਦੇ ਵਿੱਚ। ਇਸੇ ਕਰਕੇ ਮੁੱਖ ਮੰਤਰੀ ਨੇ 2 ਅਪੀਲਾਂ ਕੀਤੀਆਂ ਨੇ। ਇੱਕ ਤਾਂ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਪਿੰਡਾਂ ਦੇ ਵਿੱਚ ਹੁਣ ਠਿਕਰੀ ਪੈਰੇ ਲਗਾਏ ਜਾਣ, ਪਿੰਡਾਂ ਦੇ ਵਿੱਚ ਐਂਟਰੀ ਜਿਹੜੀ ਹੈ ਬੇਵਜ੍ਹਾ ਕਿਸੇ ਹੋਰ ਸ਼ਖਸ ਦੀ ਨਾ ਕੀਤੀ ਜਾਵੇ, ਰੈਪਿਡ ਟੈਸਟ ਜਿਹੜੇ ਨੇ ਉਹ ਕੀਤੇ ਜਾਣ ਔਰ ਦੂਸਰੇ ਪਾਸੇ ਪਿੰਡਾਂ ਦੇ ਲੋਕਾਂ ਨੂੰ ਸਹਿਯੋਗ ਦੇਣਾ ਪਏਗਾ ਕਿ ਅਗਰ ਜ਼ਿਆਦਾ ਤੋਂ ਜ਼ਿਆਦਾ ਵੈਕਸੀਨੇਸ਼ਨ ਕਰਵਾਈ ਜਾਵੇ। ਲੋਕ ਅਜੇ ਵੀ ਪਿੰਡਾਂ 'ਚ ਕਹਿ ਰਹੇ ਨੇ ਕਿ ਵੈਕਸੀਨੇਸ਼ਨ ਦੇ ਸਾਈਡ ਇਫੈਕਟ ਹੋ ਸਕਦੇ ਹੈ, ਕਿਉਂਕਿ ਜਿਹੜੀ ਕੋਵਿਡ ਸ਼ੀਲਡ ਹੈ, ਦੋ ਵੈਕਸੀਨੇਸ਼ਨ ਇਸ ਵੇਲੇ ਪੰਜਾਬ 'ਚ ਲੱਗ ਰਹੀਆਂ ਨੇ, ਕੋਵੈਕਸਿਨ, ਕੋਵਿਡ ਸ਼ੀਲਡ। ਕੋਵਿਡ ਸ਼ੀਲਡ 'ਚ ਕਈ ਕੇਸਾਂ 'ਚ ਇਹ ਆਉਂਦਾ ਹੈ ਕਿ ਪਹਿਲੇ 1 ਜਾਂ 2 ਦਿਨ ਬੁਖਾਰ ਹੁੰਦਾ ਵੈ, ਤਾਂ ਇਸੇ ਵਜ੍ਹਾ ਕਰਕੇ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਚਿੰਤਤ ਨੇ। ਲੇਕਿਨ ਮੁੱਖ ਮੰਤਰੀ ਇਹ ਕਹਿ ਰਹੇ ਨੇ ਕਿ ਵੈਕਸੀਨੇਸ਼ਨ ਜ਼ਿਆਦਾ ਤੋਂ ਜ਼ਿਆਦਾ ਲਵਾਓ, ਠਿਕਰੀ ਪੈਰੇ ਦੇ ਨਾਲ ਜਿਹੜਾ ਵੈ ਕਿ ਇਸ ਵੇਲੇ ਮੌਜੂਦਾ ਹਾਲਾਤ ਨੂੰ ਸੰਭਾਲਿਆ ਜਾ ਸਕਦਾ ਹੈ। ਗੌਰਵ ਜੀ ਸ਼ੁਕਰੀਆ ਪੰਕਜ, ਧੰਨਵਾਦ ਸਾਡੇ ਨਾਲ ਪੂਰੀ ਗੱਲਬਾਤ ਲਈ। ਤਾਂ ਅਸੀਂ ਸਥਿਤੀ ਸਮਝਣ ਦੀ ਕੋਸ਼ਿਸ਼ ਕੀਤੀ ਕਿ ਮੌਜੂਦਾ ਸਥਿਤੀ ਕਿਵੇਂ ਸਮਝੀ ਜਾਵੇ ਪੂਰੇ ਪੰਜਾਬ ਦੀ, ਕਿਉਂਕਿ ਮੁੱਖ ਮੰਤਰੀ ਇਹ ਕਹਿ ਰਹੇ ਨੇ ਕਿ ਲਗਾਤਾਰ ਅਪੀਲ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਲੋਕ ਨਹੀਂ ਪਹੁੰਚ ਰਹੇ। ਖਾਸ ਤੌਰ ਤੇ ਪਿੰਡਾਂ ਦੇ ਲੋਕ ਘਰਾਂ ਦੇ ਵਿੱਚ ਹੀ ਰਹਿੰਦੇ ਨੇ, ਇਲਾਜ ਕਰਦੇ ਨੇ ਤੇ ਉਸ ਤੋਂ ਬਾਅਦ ਜਾਂ 1-2 ਗੋਲੀਆਂ ਆਪਾਂ ਲੈ ਲਈਆਂ ਆਮ ਤੌਰ ਤੇ ਜਿਵੇਂ ਘਰਾਂ ਦੇ ਵਿੱਚ ਹੁੰਦਾ ਹੈ, ਇਸ ਕਰਕੇ ਵੀ ਜਿਹੜੀ ਮੌਤ ਦਰ ਹੈ ਉਹ ਵਧੀ ਹੈ। ਪਰ ਦੂਜੇ ਪਾਸੇ ਜ਼ਰੂਰ ਇੱਕ ਰਾਹਤ ਵਾਲੀ ਖਬਰ ਤਾਂ ਪਿਛਲੇ ਕੁਝ ਸਮੇਂ ਦੇ ਵਿੱਚ ਰਹੀ ਹੈ, ਕੁਝ ਘੰਟਿਆਂ ਦੇ ਵਿੱਚ ਕਿ ਦੇਸ਼ ਦੇ ਵਿੱਚ ਕਰੋਨਾ ਦੇ ਕੇਸਿਸ ਘਟੇ ਨੇ। ਖੈਰ, ਅਸੀਂ ਹੁਣ ਐਕਸਪਰਟਸ ਦੇ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਮੌਜੂਦਾ ਸਥਿਤੀ ਨੂੰ ਕਿਵੇਂ ਦੇਖਦੇ ਨੇ। ਸਾਡੇ ਨਾਲ ਡਾਕਟਰ ਅਮਿਤ ਬੇਰੀ ਜੁੜ ਰਹੇ ਨੇ, MD ਮੈਡੀਸਨ ਨੇ, ਕੋਵਿਡ ਸਪੈਸ਼ਲਿਸਟ ਨੇ। ਸਰ, ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਡਾਕਟਰ RS ਬੇਦੀ ਵੀ ਜੁੜ ਰਹੇ ਨੇ, ਬੱਚਿਆਂ ਦੇ ਬਾਹਰ ਨੇ। ਸਰ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। MD ਮੈਡੀਸਨ ਨੇ ਅਮਿਤ ਬੇਰੀ, ਉਹ ਵੀ ਸਾਡੇ ਨਾਲ ਨੇ। ਡਾਕਟਰ ਬੇਰੀ, ਮੈਂ ਤੁਹਾਡੇ ਤੋਂ ਹੀ ਸ਼ੁਰੂਆਤ ਕਰਨ ਜਾ ਰਿਹਾ ਹਾਂ। ਸਭ ਤੋਂ ਪਹਿਲਾਂ ਕੀ ਕਰੋਨਾ ਦਾ ਪੀਕ ਪੰਜਾਬ ਦੇ ਵਿੱਚੋਂ ਨਿਕਲ ਗਿਆ ਇਹ ਸਮਝਿਆ ਜਾਵੇ? ਪਿਛਲੇ 1 ਹਫ਼ਤੇ ਦਾ ਅਸੀਂ ਲਗਾਤਾਰ ਕਰੋਨਾ ਦਾ ਅੰਕੜਾ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਜੋ 9000 ਤੋਂ ਘਟ ਕੇ 8000 ਤੱਕ ਆਇਆ। ਇੱਕ ਸਮਾਂ ਲੱਗ ਰਿਹਾ ਸੀ ਕਿ ਸ਼ਾਇਦ 10000 11000 ਤੱਕ ਪਹੁੰਚ ਜਾਏ, ਪੀਕ ਆਏਗਾ। ਤਾਂ ਕੀ ਉਹ ਪੀਕ ਵਾਲਾ ਸਮਾਂ ਨਿਕਲ ਗਿਆ ਪੰਜਾਬ 'ਚ? ਡਾਕਟਰ ਬੇਰੀ ਸਾਡੇ ਨਾਲ ਲਗਾਤਾਰ ਸਾਡੇ ਨਾਲ ਹੋਣਗੇ। ਡਾਕਟਰ RS ਬੇਦੀ ਜੀ ਵੀ ਲਗਾਤਾਰ ਜੁੜੇ ਹੋਏ ਨੇ। ਡਾਕਟਰ ਸਾਹਿਬ, ਮੈਂ ਇਹੀ ਤੁਹਾਡੇ ਤੋਂ ਵੀ ਜਾਣਨਾ ਚਾਹੂੰਗਾ ਕਿ ਮੌਜੂਦਾ ਸਥਿਤੀ ਨੂੰ ਕਿਵੇਂ ਦੇਖ ਰਹੇ ਹੋ, ਕਿ ਸਮਝਿਆ ਜਾਵੇ ਕਿ ਪੀਕ ਵਾਲਾ ਸਮਾਂ ਨਿਕਲ ਗਿਆ ਜਾਂ ਬਿਲਕੁਲ ਉਸ ਪੁਆਇੰਟ ਦੇ ਉੱਤੇ ਜਿੱਥੋਂ ਅਸੀਂ ਹੁਣ ਡਿਕਲਾਈਨ ਵਾਲੇ ਪਾਸੇ ਕਰੋਨਾ ਦੇ ਕੇਸਿਸ ਨੂੰ ਜਾਂਦੇ ਹੋਏ ਦੇਖਾਂਗੇ? ਡਾਕਟਰ ਬੇਦੀ, ਦੇਖੋ ਹੈਗਾ ਕਿ ਜਿੱਥੇ ਤੱਕ ਦਾ ਤਾਲੁਕ ਹੈਗਾ ਇਹ
ਵਧੀ ਸੀਗੀ ਔਰ ਬੜੀ ਤੇਜ਼ੀ ਨਾਲ आई ਸੀਗੀ ਮਗਰ ਇੱਥੇ ਯੂਕੇ ਦੇ ਹਾਲਾਤ ਦੋਨੋਂ ਬਹੁਤ ਹੈਗਾ ਸਭ ਤੋਂ ਪਹਿਲਾ ਇਹ ਹੈਗਾ ਕਿ ਵੈਕਸੀਨੇਸ਼ਨ ਜਿੰਨੀ ਦਰਜ ਯੂਕੇ ਵਿੱਚ ਹੋਈ ਸੀਗੀ ਫਾਸਟ ਹੋਈ 19 ਇੰਡੀਆ 'ਚ ਹੋ ਪਾਈ। ਦੂਜੀ ਗੱਲ ਹੈ ਕਿ ਜਿੰਨੀ ਪੋਪੂਲੇਸ਼ਨ ਇੰਡੀਆ 'ਚ ਹੈਗੀ ਹੈ ਉਹ ਉਨੀ ਪੋਪੂਲੇਸ਼ਨ ਯੂਕੇ ਵਿੱਚ ਨਹੀਂ ਹੈਗੀ ਹੈ। और तीसरी गल मैं ये करना चाहूंगा कि इत्थे हुण वेव नजर आ रही है, ये जिहड़ी वायरस है शिफ्ट हो गया है जिवें तुसीं भी कहा है विलेजेस दे विच, तो जो पिंडां विच एक आवाज आ रही है हाँ जी मेरी आवाज आ रही है जी सर ਤੁਹਾਡੀ ਆਵਾਜ਼ ਆ ਰਹੀ ਹੈ। ਉਮੀਦ ਹੈ ਕਿ ਦਰਸ਼ਕਾਂ ਤੱਕ ਵੀ ਪਹੁੰਚੀ ਹੋਏਗੀ। जी जी मैं अपना पॉइंट फिनिश करना चाहना है कि ये जिहड़ी वायरस है ये शिफ्ट हो गई है शहरां तो पिंडां दे विच। तो ये जदों वायरस या कोई भी इन्फेक्शन बॉडी दे विच एंटर करती है उस तो बाद हफ्ता 10 दिन वो कोई सिम्पटम नहीं दिखाती। ਉਹਦੀ ਜਿਹੜੇ ਸਿੰਪਟਮੋਲੋਜੀ ਹੈ ਖਾਰ ਆਣਾ ਜਾਂ ਖਾਂਸੀ ਹੋਣੀ ਜ਼ੁਕਾਮ ਹੋਣਾ ਬਾਕੀ ਜਿਹੜੇ ਉਹਦੇ ਲੱਛਣ ਨੇ ਉਹ ਹਫਤਾ 10 ਦਿਨ ਤੋਂ ਬਾਅਦ ਹੁੰਦੇ ਨੇ। ਸੋ ਇਹ ਜਿਹੜੀ ਪਹਿਲੀ ਵੇਵ ਦੂਜੀ ਵੇਵ ਵੀ ਹੈਗੀ ਹੈ ਇਹ ਸ਼ਹਿਰਾਂ ਤੋਂ ਉੱਠ ਕੇ ਜਦੋਂ ਪਿੰਡਾਂ 'ਚ ਗਈ ਹੈ ਤੇ ਹੋ ਸਕਦਾ ਹੈ ਕਿ ਇੱਕ ਪੀਕ ਅਸੀਂ ਪਿੰਡਾਂ ਵਿੱਚ ਵੀ ਦੇਖੀਏ। ਸੋ ਸਾਨੂੰ ਬਹੁਤ ਹੀ ਸਾਵਧਾਨੀ ਵਰਤਣੀ ਪੈਣੀ ਹੈ ਕਿਉਂਕਿ ਪਿੰਡਾਂ 'ਚੋਂ ਫਿਰ ਵਾਪਸ ਸ਼ਹਿਰ 'ਚ ਆਉਣ ਦਾ ਇਹਦਾ ਖਤਰਾ ਹੈ। जी जी ठीक है ਤੁਸੀਂ ਬਹੁਤ ਇੰਪੋਰਟੈਂਟ ਪੁਆਇੰਟ ਕਹਿ ਰਹੇ ਹੋ ਕਿ ਹੋ ਸਕਦਾ ਹੈ ਕਿ ਜਿਹੜੀ ਟੈਸਟਿੰਗ ਨੂੰ ਲੈ ਕੇ ਜਾਂ ਦੂਜੇ ਪਾਸੇ ਕਿ ਪਿੰਡਾਂ ਦੇ ਵਿੱਚ ਜੇਕਰ ਇਹ ਪਹੁੰਚ ਜਾਂਦਾ ਤਾਂ ਵਾਪਸੀ ਇੱਕ ਵਾਰ ਫਿਰ ਤੋਂ ਕੇਸਿਸ ਦੀ ਜਿਹੜੀ ਗਿਣਤੀ ਹੈ ਉਹ ਵੱਧ ਸਕਦੀ ਹੈ। ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਡਾਕਟਰ ਅਮਿਤ ਬੇਰੀ ਵੀ ਸਾਡੇ ਨਾਲ ਇਸ ਸਮੇਂ ਜੁੜ ਚੁੱਕੇ ਨੇ ਔਰ ਉਮੀਦ ਹੈ ਕਿ ਉਹਨਾਂ ਤੱਕ ਆਵਾਜ਼ ਪਹੁੰਚੇਗੀ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ। ਮੈਂ ਸ਼ੁਰੂਆਤ ਇੱਥੋਂ ਹੀ ਕਰ ਰਿਹਾ ਕਿ ਪੀਕ ਕੋਰੋਨਾ ਦਾ ਪੰਜਾਬ 'ਚ ਹੈ, ਨਿਕਲ ਗਿਆ ਜਾਂ ਅਜੇ ਆਏਗਾ? क्योंकि केसेस पिछले एक हफ्ते ਦੇ ਵਿੱਚ करीब 1000 ਘਟ ਗਏ ਨੇ। जो 9000 तक डेली केसेस आ रहे सी ਉਹ ਹੁਣ करीब 8000 ਆ ਰਹੇ ਹਨ। ਤੁਹਾਡੀ ਗੱਲ ਠੀਕ ਹੈ। ਵੈਸੇ ਤਾਂ ਆਪਣੇ ਆંકੜੇ ਜਿਹੜੇ ਉਹ ਗਿਰਾਵਟ ਸ਼ੋ ਕਰ ਰਹੇ ਆ ਪਰ ਮੈਨੂੰ ਲੱਗਦਾ ਕਿ ਹੁਣ ਵੀ ਪੀਕ ਵਾਲਾ ਟਾਈਮ ਹੀ ਹੈ। ਜਿਵੇਂ ਆਪਾਂ ਪਹਿਲੇ ਵੀ ਡਿਸਕਸ ਕੀਤਾ ਸੀ ਕਿ ਜਿਹੜਾ ਇਸ ਵਾਰ ਸੈਕੰਡ ਵੇਵ ਆਈ ਹੈ ਉਹ ਪਿੰਡਾਂ 'ਚ ਜ਼ਿਆਦਾ ਹੈ। ਪਿੰਡਾਂ 'ਚ ਪ੍ਰੋਬਲਮ ਹੈ ਕਿ ਟੈਸਟਿੰਗ ਲੋਕੀ ਕਰਾਉਂਦੇ ਨਹੀਂ ਹੈ, ਫੈਸਿਲਿਟੀਜ਼ ਬਹੁਤ ਘੱਟ ਹੈ, ਇਸ ਲਈ ਅੰਕੜੇ ਕਈ ਵਾਰ ਸਾਨੂੰ ਥੋੜੇ ਘੱਟ ਸ਼ੋ ਹੋ ਰਹੇ ਜਿੰਨੇ ਐਕਚੁਅਲੀ ਕੇਸਿਸ ਹੈ। ਪਰ ਜੋ ਸਾਡਾ ਐਕਸਪੀਰੀਅੰਸ ਹੈ ਜਿਵੇਂ ਸਾਡੇ ਕੋਲ ਜਿਵੇਂ ਪੇਸ਼ੈਂਟ ਆ ਰਹੇ ਆ ਹੁਣ ਵੀ ਸਾਨੂੰ ਲੱਗ ਰਿਹਾ ਕਿ ਪੀਕ ਹੀ ਚੱਲ ਰਹੀ ਹੈ ਤੇ ਇਹ ਮਹੀਨਾ ਖਾਸ ਕਰ ਜਿਹੜਾ ਮਈ ਦਾ ਮਹੀਨਾ ਇਹ ਪੀਕ ਵਾਲਾ ਮਹੀਨਾ ਹੀ ਲੱਗ ਰਿਹਾ ਸਾਨੂੰ। ਤੇ ਹੁਣੇ ਵੀ ਸਾਨੂੰ ਕੇਅਰਫੁਲ ਰਹਿਣਾ ਪੈਣਾ ਕਿਉਂਕਿ ਜਿਹੜੇ ਅੰਕੜੇ ਸ਼ਾਇਦ ਥੋੜੇ ਗਿਰਾਵਟ ਸ਼ੋ ਕਰ ਰਹੇ ਪਰ ਐਕਚੁਅਲ ਕਈ ਵਾਰ ਜਿਹੜਾ ਐਕਚੁਅਲ ਡਾਟਾ ਇਸ ਤੋਂ ਜ਼ਿਆਦਾ ਲੱਗ ਰਿਹਾ ਕਿਉਂਕਿ ਪਿੰਡਾਂ 'ਚ ਟੈਸਟਿੰਗ ਦੀ ਪ੍ਰੋਬਲਮ ਹੈ, ਕਈ ਲੋਕੀ ਟੈਸਟ ਕਰਾਉਂਦੇ ਨਹੀਂ ਹੈ, ਇਸ ਲਈ ਜਿੰਨੇ ਕੇਸਿਸ ਆ ਰਹੇ ਉਸ ਹਿਸਾਬ ਨਾਲ ਅੰਕੜੇ ਥੋੜੇ ਜਿਹੇ ਗਿਰਾਵਟ ਸ਼ੋ ਕਰੇ ਪਰ ਕੇਸਿਸ ਕਾਫੀ ਆਈ ਜਾ ਰਹੇ ਹੁਣੇ ਵੀ। ਜੀ ਡਾਕਟਰ ਸਾਹਿਬ ਆਪਾਂ ਪਿੰਡਾਂ ਤੇ ਸ਼ਹਿਰਾਂ ਦਾ ਜ਼ਿਕਰ ਕਰ ਰਹੇ ਹਾਂ ਕਿ ਇਹ ਇਸ ਤਰੀਕੇ ਨਾਲ ਕੰਪੇਅਰ ਕੀਤਾ ਜਾ ਸਕਦਾ ਕਿ ਜਿਹੜੀ ਸ਼ਹਿਰਾਂ ਦੇ ਵਿੱਚ ਸਥਿਤੀ ਹੈ ਉਹ ਪੀਕ ਤੋਂ ਨਿਕਲ ਚੁੱਕੀ ਹੈ ਕਿ ਇਸ ਸਮੇਂ ਸ਼ਹਿਰਾਂ ਦੇ ਵਿੱਚ ਸਥਿਤੀ ਇਹ ਹੈ ਕਿ ਠੀਕ ਹੈ ਲੋਕੀ ਉਹਨਾਂ ਦੇ ਵਿੱਚ ਐਂਟੀਬਾਡੀਜ਼ ਬਣ ਗਏ ਜਾਂ ਇਸ ਤਰੀਕੇ ਨਾਲ ਆਏ ਕਿ ਬਹੁਤ ਸਾਰੇ ਕੇਸਿਸ ਤੋਂ ਬਾਅਦ ਹੁਣ ਡਿਕਲਾਈਨ ਜਾ ਰਿਹਾ ਤੇ ਪਿੰਡਾਂ ਵਾਲੇ ਪਾਸੇ ਪੀਕ ਅਜੇ ਆ ਸਕਦਾ ਹੈ ਕਿ ਇਸ ਤਰੀਕੇ ਨਾਲ ਤੁਲਨਾ ਕੀਤੀ ਜਾ ਸਕਦੀ ਹੈ? ਡੈਫੀਨਿਟਲੀ ਥੋੜਾ ਗਿਰਾਵਟ ਆਈ ਹੈ ਕੇਸਿਸ ਵਿੱਚ ਪਰ ਜਿਹੜੇ ਪਿੰਡਾਂ ਦੇ ਕੇਸਿਸ ਬਹੁਤ ਜ਼ਿਆਦਾ ਆ ਰਹੇ ਆ। ਸ਼ਹਿਰਾਂ 'ਚ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜਿਵੇਂ ਵੈਕਸੀਨੇਸ਼ਨ ਜ਼ਿਆਦਾ ਹੋਈ ਹੈ ਐਜ਼ ਕੰਪੇਅਰ ਟੂ ਪਿੰਡਾਂ ਵਿੱਚ ਇਸ ਲਈ ਇੱਥੇ ਥੋੜੇ ਜਿਹੇ ਕੇਸਿਸ ਘਟਣੇ ਸ਼ੁਰੂ ਹੋ ਰਹੇ ਆ ਪਰ ਜਿਹੜੇ ਪਿੰਡਾਂ ਦੇ ਕੇਸਿਸ ਆ ਉਹ ਹੁਣ ਵੀ ਕਾਫੀ ਆਈ ਜਾ ਰਹੇ ਆ। ਵੈਕਸੀਨੇਸ਼ਨ ਦੀ ਵੀ ਇਹਦੇ ਵਿੱਚ ਪ੍ਰੋਬਲਮ ਹੈ ਕਿਉਂਕਿ ਵੈਕਸੀਨੇਸ਼ਨ ਜਿਹੜੀ ਹੈ ਸਿਟੀਜ਼ ਵਿੱਚ ਤੇ ਕਾਫੀ ਚੱਲ ਗਈ ਹੈ ਪਰ ਪਿੰਡਾਂ 'ਚ ਕਈ ਲੋਕੀ ਲਗਾ ਨਹੀਂ ਰਹੇ ਜਾਂ ਉੱਥੇ ਕੋਈ ਫੈਸਿਲਿਟੀ ਨਹੀਂ ਹੈ। ਇਹਦੇ ਕਾਰਨ ਮੈਨੂੰ ਤਾਂ ਇਹ ਲੱਗ ਰਿਹਾ ਕਿ ਇਹ ਵਾਲਾ ਮਹੀਨਾ ਥੋੜਾ ਸਾਨੂੰ ਧਿਆਨ ਰੱਖਣਾ ਹੀ ਪੈਣਾ ਕਿਉਂਕਿ ਇਹ ਪੀਕ ਜਿਹੜੀ ਹੈ ਇਸ ਮਹੀਨੇ ਦੇ ਐਂਡ ਤੱਕ ਹੀ ਖਤਮ ਹੋਣ ਦੇ ਚਾਂਸ ਲੱਗ ਰਹੇ ਆ। ਜੀ ਬਹੁਤ ਸਾਰੇ ਅਹਿਮ ਪੁਆਇੰਟਸ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ। ਖਾਸ ਤੌਰ ਤੇ ਇੱਕ ਚੀਜ਼ ਤਾਂ ਬੜੀ ਕਲੀਅਰ ਕਰ ਰਹੇ ਨੇ ਡਾਕਟਰਸ ਕਿ ਤੁਸੀਂ ਇਹ ਨਾ ਸਮਝੋ ਕਿ ਪੀਕ ਨਿਕਲ ਗਿਆ। ਮੌਜੂਦਾ ਸਥਿਤੀ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਪਿੰਡਾਂ ਦੇ ਵਿੱਚ ਕੇਸਿਸ ਆ ਰਹੇ ਨੇ ਉਸ ਨਾਲ ਦਿੱਕਤ ਵੱਧ ਸਕਦੀ ਹੈ। ਡਾਕਟਰ ਬੇਦੀ ਤੁਹਾਡੇ ਤੋਂ ਮੈਂ ਵੀ ਇੱਕ ਰਿਐਕਸ਼ਨ ਜ਼ਰੂਰ ਲੈਣਾ ਚਾਹੂੰਗਾ। ਪਿੰਡਾਂ ਦਾ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਪਿੰਡਾਂ ਦੇ ਵਿੱਚ ਮੌਤ ਦਰ ਵਾਕਈ ਹੀ ਇਸ ਕਰਕੇ ਜ਼ਿਆਦਾ ਹੈ ਕਿ ਲੋਕ ਹਸਪੀਟਲਸ ਨਹੀਂ ਜਾਂਦੇ
ਕਿਉਂਕਿ ਸ਼ਹਿਰਾਂ ਦੇ ਵਿੱਚ ਵੀ ਸੇਮ ਧਾਰਨਾ ਹੁੰਦੀ ਹੈ। ਸੀਐਮ ਦੀ ਇੱਕ ਸਟੇਟਮੈਂਟ ਆਈ, ਉਹਨਾਂ ਨੇ ਕਿਹਾ ਕਿ ਪਿੰਡਾਂ 'ਚ ਲੋਕ ਬੈਠ ਕੇ ਸੋਚਦੇ ਨੇ ਕਿ ਨਹੀਂ ਸਾਨੂੰ ਤਾਂ ਜ਼ੁਕਾਮ ਹੈ ਜਾਂ ਗਲਾ ਖਰਾਬ ਹੈ, ਇੱਕ ਕੋਈ ਟੈਬਲੇਟ ਲੈ ਲਈ ਜਾਂ ਕਿਸੇ ਤੋਂ ਪੁੱਛ ਕੇ ਟੈਬਲੇਟ ਲੈ ਲਈ ਬਸ, ਤੇ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਇਹ ਕਰੋਨਾ ਵਰਗੀ ਸਥਿਤੀ ਹੈ। ਸਮਝਣਾ ਚਾਹਾਂਗੇ ਕਿ ਪਿੰਡਾਂ ਨੂੰ ਤੁਸੀਂ ਕਿਵੇਂ ਆਬਜ਼ਰਵ ਇਸ ਸਮੇਂ ਕਰ ਰਹੇ ਹੋ, ਕਿਵੇਂ ਦੇਖਦੇ ਹੋ ਕਿ ਪਿੰਡਾਂ ਦੇ ਵਿੱਚ ਕਿਉਂ ਜ਼ਿਆਦਾ ਕਰੋਨਾ ਪੈਰ ਪਸਾਰਦਾ ਨਜ਼ਰ ਆਉਂਦਾ ਹੈ? ਦੇਖੋ, ਪਿੰਡਾਂ ਦੇ ਵਿੱਚ ਕਈ ਇਹੋ ਜਿਹੀ ਚੀਜ਼ਾਂ ਨੇ ਜਿਹੜੀਆਂ ਸ਼ਹਿਰਾਂ ਨਾਲੋਂ ਵੱਖ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਉੱਥੇ ਹੈਲਥ ਇੰਫਰਾਸਟ੍ਰਕਚਰ ਜਿਹੜਾ ਹੈ ਉਹ ਘੱਟ ਹੈ, ਉਹਦੇ ਕਰਕੇ ਇਹ ਅੱਜ ਤੋਂ ਦੀ ਗੱਲ ਨਹੀਂ ਹੈ, ਪਿਛਲੇ 70 ਸਾਲ ਤੋਂ ਇਹ ਘੱਟ ਹੈ। ਉਹਦੇ ਕਰਕੇ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਜ਼ਿਆਦਾ ਡਾਕਟਰਾਂ ਕੋਲ ਜਾਣ ਦੇ ਉਹਨਾਂ ਨੂੰ ਆਦਤ ਹੀ ਹੈ ਨਹੀਂ। ਸੋ ਅਜੇ ਵੀ ਜਿਵੇਂ ਤੁਸੀਂ ਵੀ ਕਿਹਾ ਕਿ ਕ੍ਰੋਸਿੰਗ ਖਾ ਲੈਂਦੇ ਨੇ ਜਾਂ ਕੋਈ ਦਵਾਈਆਂ ਖਾ ਲੈਂਦੇ ਨੇ ਤੇ ਘਰ ਬੈਠੇ ਰਹਿੰਦੇ ਨੇ। ਇਹਦੇ ਵਿੱਚ ਇੱਕ ਹੋਰ ਦੇਖਿਆ ਗਿਆ ਹੈ ਕਿ ਜਦੋਂ ਆਕਸੀਜਨ ਘਟਦੀ ਹੈ, ਆਕਸੀਜਨ ਭਾਵੇਂ ਘਟੇ ਵੀ ਬਟ ਲੋਕਾਂ ਨੂੰ ਉਹਦਾ ਅਸਰ ਮਹਿਸੂਸ ਨਹੀਂ ਹੁੰਦਾ। ਇਹਨੂੰ ਅਸੀਂ ਕਹਿੰਦੇ ਹਾਈਪੋਕਸੀਆ। ਸੋ ਇਹਦੇ ਦੌਰਾਨ ਦੇ ਵਿੱਚ ਉਹ ਹਸਪੀਟਲ ਜਾਣ ਲੱਗੇ ਉਹਨਾਂ ਨੂੰ ਦੇਰੀ ਹੋ ਜਾਂਦੀ ਹੈ, ਔਰ ਜਿਹੜੀ ਇਹ ਦੇਰੀ ਹੈ ਇਹ ਤੋਂ ਵੱਡਾ ਕਾਰਨ ਹੋਏਗਾ ਅਗਰ ਇਹ ਖੁਦਾ ਦਾ ਖਾਸਤਾ ਹੈ ਪਿੰਡਾਂ ਵਿੱਚ ਜਿਹੜੀ ਇਨਫੈਕਸ਼ਨ ਹੈ ਵੱਧ ਗਈ, ਕਿਉਂਕਿ ਇੱਥੇ ਇੱਕ ਤਾਂ ਜਿਹੜੇ ਸਿਹਤ ਸੰਬੰਧੀ ਕੋਈ ਇਹੋ ਜਿਹੇ ਸਾਡੇ ਕੋਲ ਇੰਤਜ਼ਾਮਾਤ ਨਹੀਂ ਹੈਗੇ ਨੇ। ਦੂਸਰਾ ਇਹ ਹੈ ਕਿ ਲੋਕੀ ਵੀ ਜਿਹੜੇ ਹੈਗੇ ਇਸ ਨੂੰ ਬਹੁਤ ਲਾਈਟਲੀ ਲੈਂਦੇ ਨੇ, ਔਰ ਕੋਵਿਡ ਵਿੱਚ ਇਹ ਦੇਖਿਆ ਗਿਆ ਹੈ ਕਿ ਅਸੀਂ ਟਾਈਮਲੀ ਅਗਰ ਇਹਦਾ ਇਲਾਜ ਨਾ ਕਰੀਏ, ਹਸਪੀਟਲ ਨਾ ਜਾਈਏ, ਠੀਕ ਇਲਾਜ ਨਾ ਕਰਵਾਈਏ ਤੇ ਇਹ ਜਿਹੜੇ 95% ਲੋਕੀ ਜਿਹੜੇ ਆਮ ਅਗਰ ਪ੍ਰੋਪਰ ਤਰੀਕੇ ਨਾਲ ਇਲਾਜ ਕਰਨ ਉਹ ਠੀਕ ਹੋ ਜਾਣਗੇ ਤੇ ਉਹ ਜਿਹੜੇ ਹੈਗੇ ਉਹ ਸੀਰੀਅਸ ਹਸਪਤਾਲ ਆ ਸਕਦੇ ਨੇ। ਜੀ ਜੀ ਠੀਕ ਹੈ ਸਰ ਮੇਰੀ ਇੱਕ ਹੋਰ ਚੀਜ਼ ਵੀ ਜਾਣਨਾ ਚਾਹੁੰਦਾ ਹੈ ਕਿ ਵੈਕਸੀਨ ਨੂੰ ਲੈ ਕੇ ਵੀ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਥੋੜੇ ਜਿਹੇ ਖਦਸ਼ੇ ਹੈਗੇ ਨੇ। ਜੇਕਰ ਤੁਸੀਂ ਥੋੜਾ ਜਿਹਾ ਕਲੀਅਰ ਕਰ ਸਕੋ, ਤੁਹਾਡੇ ਕੋਲ ਕਿਸ ਤਰੀਕੇ ਨਾਲ ਕੋਈ ਪੇਸ਼ੈਂਟ ਪਹੁੰਚ ਰਿਹਾ ਹੈ ਕਿ ਵੈਕਸੀਨ ਦੀ ਵਜ੍ਹਾ ਦੇ ਨਾਲ ਅਲੱਗ-ਅਲੱਗ ਤਰ੍ਹਾਂ ਦੇ ਕੋਈ ਸਿੰਪਟਮਸ ਨੇ, ਅਲੱਗ-ਅਲੱਗ ਤਰ੍ਹਾਂ ਦੀ ਕੋਈ ਦਿੱਕਤਾਂ ਲੋਕਾਂ ਨੂੰ ਆ ਰਹੀਆਂ ਨੇ? ਦੇਖੋ, ਪਿੰਡਾਂ ਵਿੱਚ ਤੇ ਬੜਾ ਸੌਖਾ ਹੈਗਾ ਕਿ ਪਿੰਡਾਂ 'ਚ ਜਾ ਕੇ ਇੱਕ ਸੈਂਟਰ ਦੇ ਕੈਂਪ ਦੇ ਰਾਹੀਂ ਅਸੀਂ ਸਾਰਿਆਂ ਨੂੰ ਪਹਿਲੀ ਡੋਜ਼ ਤੇ ਘੱਟ ਤੋਂ ਘੱਟ ਲਗਾਉਣੀ ਚਾਹੀਦੀ ਹੈ, ਕਿਉਂਕਿ ਪਹਿਲੀ ਡੋਜ਼ ਦੇ ਵਿੱਚ ਵੀ ਇਮਿਊਨਿਟੀ ਲੈਵਲ ਜਿਹੜਾ ਹੈਗਾ ਉਹ ਕਾਫੀ ਅੱਛਾ ਪਾਇਆ ਗਿਆ ਹੈ। तो अगर पहली डोज है उस तो बाद अगर 12 तो 16 हफ्ते जिन्हें गवर्नमेंट ऑफ इंडिया ने कह दिता है उस तो बाद दूसरी अगर असं लगावांगे तो एक काफी हद तक इस वैक्सीन के असर दे देखने करके असी इस वेव के विच ते शायद इहदा असर ना होए, मगर जिहड़ी अगली वेव आने की संभावना है उसको असी रोक सकते हैं वैक्सीन नाल। इसलिए वैक्सीन एक बहुत ही बड़ा हथियार है इनू लड़न वास्ते, और मेरी सारा नू बेनती है वैक्सीनेशन जिन्नू मिलती है प्लीज लगवाओ, चाहे वो कोविशील्ड होए चाहे वो कोवैक्सीन। ठीक है डॉक्टर बेदी, मैं एक और चीज जाननी चाहना कि वैक्सीन ਨੂੰ ਲੈ ਕੇ ਕਈ ਲੋਕਾਂ ਦਾ ਖਦਸ਼ਾ ਇਹ ਵੀ ਹੈ ਕਿ ਬਿਮਾਰ ਹੋ ਜਾਵਾਂਗੇ ਜਾਂ ਸਾਨੂੰ ਕੋਈ ਹੋਰ ਪ੍ਰੋਬਲਮ ਹੋ ਸਕਦੀ ਹੈ, ਕਿ ਐਲਰਜੀ ਵਰਗੀ ਵੀ ਕੋਈ ਦਿੱਕਤ ਹੋ ਜਾਂਦੀ ਹੈ ਕਿਸੇ ਨੂੰ कि वैक्सीन लगवाई तो उस तो बाद एलर्जी की प्रॉब्लम हो गई या कोई और तरीके की कोई प्रॉब्लम हो गई? यस, बड़ा अच्छा सवाल है। देखो बच्चों ਨੂੰ ਟੀਕੇ ਲਗਵਾਉਂਦੇ ਜਿਹਨੂੰ ਡੀਪੀਟੀ ਦੇ ਟੀਕੇ ਕਹਿੰਦੇ ਆ, ਉਹਦੇ ਵਿੱਚ ਵੀ 2 ਦਿਨ ਬੁਖਾਰ ਆਉਂਦਾ ਹੈ। ਸੋ ਕਈ ਵਾਰੀ ਸਾਡੇ ਕੋਲ ਮਾਤਾਵਾਂ ਜਾਂ ਪੇਰੈਂਟਸ ਆਉਂਦੇ ਨੇ, ਡਾਕਟਰ ਸਾਹਿਬ ਇਹ ਤੁਸੀਂ ਟੀਕਾ ਲਗਾਇਆ ਸੀਗਾ ਕੱਲ ਜਾਂ ਪਰਸੋਂ ਤੇ ਇਹ ਬੱਚੇ ਨੂੰ ਮੇਰੇ ਨੂੰ ਬੁਖਾਰ ਆਇਆ ਨਹੀਂ, ਕੀ ਇਹ ਟੀਕਾ ਅਸਰ ਵੀ ਕਰੂਗਾ? मेरा कहने का भाव यह है कि कई टीके जिन्हें नाल 2 या 4 दिन बुखार आ सकता है, थोड़ी बहुत ही खांसी जुकाम दे जा सकते हैं, मगर ये जिहड़े लक्षण ने 2-3 दिन खत्म हो जाते हैं। उस तो बाद जिहड़ा वैक्सीनेशन असर है वो दिखना शुरू हो जाता है और एक आदमी जिहड़ा है वो इम्यून हो जाता है एटलीस्ट सीरियसनेस तो। ये बहुत बड़ी एक चीज मैं तुहाडे सामने कहना चाहना है कि चाहे कई लोग भी कहते हैं कि वैक्सीन लगाई उस तो बाद भी इन्फेक्शन हो गई, इन्फेक्शन हो सकता होए मगर वो जिन्होंने वैक्सीन लगी है वो सीरियस नहीं होंगे, और यही सब तो बड़ी इहदी वैक्सीन की खासियत है।
ਠੀਕ ਹੈ ਸਹੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਉਮੀਦ ਹੈ ਕਿ ਬਹੁਤ ਸਾਰੇ ਖਦਸ਼ੇ ਦੂਰ ਹੋਏ ਹੋਣਗੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮੌਜੂਦਾ ਸਮੇਂ ਜੇਕਰ ਕੇਸਿਸ ਘੱਟ ਹੋ ਰਹੇ ਨੇ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕੋਈ ਢਿੱਲ ਵਰਤੀਏ। ਉਸ ਤਰੀਕੇ ਨਾਲ ਹੀ ਜਿਵੇਂ ਅਸੀਂ ਪ੍ਰੀਕਾਸ਼ਨਸ ਲੈ ਰਹੇ ਸੀ, ਜਿਵੇਂ ਸਾਵਧਾਨੀਆਂ ਵਰਤ ਰਹੇ ਸੀ, ਉਸ ਤਰੀਕੇ ਨਾਲ ਹੀ ਸਾਵਧਾਨੀਆਂ ਵਰਤਣੀਆਂ ਹੋਣਗੀਆਂ। ਡਾਕਟਰ ਅਮਿਤ ਬੇਰੀ ਵੀ ਸਾਡੇ ਨਾਲ ਜੁੜੇ ਸਨ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਰੋਜ਼ਾਨਾ ਡਾਕਟਰਸ ਨਾਲ ਗੱਲਬਾਤ ਕਰਕੇ ਲੋਕਾਂ ਤੱਕ ਸਹੀ ਪਿਕਚਰ ਪਹੁੰਚਾ ਸਕੀਏ। ਇਹ ਜਿਹੜੇ ਡਾਕਟਰਸ ਨੇ, ਫਰੰਟ ਲਾਈਨਰਸ ਨੇ, ਇਸ ਸਮੇਂ ਇਹ ਜ਼ਿਆਦਾ ਬਖੂਬੀ ਸਮਝਦੇ ਨੇ ਕਿ ਮੌਜੂਦਾ ਸਥਿਤੀ ਕੀ ਹੈ। ਤਾਂ ਡਾਕਟਰਸ ਇੱਕ ਗੱਲ ਜ਼ਰੂਰ ਕਹਿ ਰਹੇ ਨੇ, ਖਾਸ ਤੌਰ ਤੇ ਜਿਹੜੇ ਪਿੰਡਾਂ ਦੇ ਲੋਕ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਲਈ, ਕਿ ਤੁਸੀਂ ਜ਼ਿਆਦਾ ਸਾਵਧਾਨੀ ਵਰਤੋ, ਕਿਉਂਕਿ ਪਿੰਡਾਂ ਦੇ ਵੱਲ ਜੇਕਰ ਕਰੋਨਾ ਇਸ ਸਮੇਂ ਆਇਆ ਤਾਂ ਉੱਥੇ ਕੇਸਿਸ ਵੱਧ ਸਕਦੇ ਨੇ। ਚਿੰਤਾ ਉਹ ਇਸ ਸਮੇਂ ਜ਼ਰੂਰ ਹੈ। ਤੇ ਦੂਜੇ ਪਾਸੇ ਵੈਕਸੀਨ ਨੂੰ ਲੈ ਕੇ ਉਹ ਖਦਸ਼ੇ ਦੂਰ ਕਰ ਰਹੇ ਨੇ ਕਿ ਜੇਕਰ ਕੋਈ ਵੈਕਸੀਨ ਲਗਵਾਉਂਦਾ ਹੈ ਤਾਂ ਲਾਜ਼ਮੀ ਤੌਰ ਤੇ ਵੈਕਸੀਨ ਦੇ ਨਾਲ ਕਰੋਨਾ ਦਾ ਅਸਰ ਹੋਣਾ ਜਾਂ ਕਰੋਨਾ ਦਾ ਬਹੁਤ ਮਾੜਾ ਅਸਰ ਹੋਣਾ, ਪ੍ਰਭਾਵ ਪੈਣਾ, ਉਸ ਦੇ ਚਾਂਸਸ ਬਹੁਤ ਘੱਟ ਹੋ ਜਾਂਦੇ।